ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਪੰਜਾਬ ਹਰਿਆਣਾ ਗੈਲ ਵਿੱਚ ਮੈਂ ਨੀਲ ਕਮਲ ਤੇ ਮੇਰੇ ਨਾਲ ਰੋਜ਼ਾਨਾ ਦੀ ਤਰ੍ਹਾਂ ਨੇ ਸਤੀਸ਼ ਕੁਮਾਰ सीकरी जी। सब तो पहला तो स्वागत कर रहे हैं सतीश जी। राम राम। राम राम जी। नील कमल जी कैसे हो आप? बहुत बढ़िया और बहुत बढ़िया जी। आप बताओ आप कैसे हो? बस सब ठीक ठाक। प्रोग्राम पंजाब हरियाणा गैल च रोज़ आपां पंजाब हरियाणा की चर्चा करते हैं, पर शुरुआत आपां विश्व पद्धरी न्यूज़ तो कर लीए। तो सतीश जी कहते हैं कि कैंसर ਜਿਹੜਾ ਹੈਗਾ ਲਾ ਇਲਾਜ ਬਿਮਾਰੀ ਹੈ, ਲਾ ਇਲਾਜ ਬਿਮਾਰੀ ਹੈਗੀ ਹੈ। ਕੈਂਸਰ ਨੂੰ ਲੈ ਕੇ ਜਦੋਂ ਵੀ ਕੈਂਸਰ ਦਾ ਨਾਂ ਆਉਂਦਾ ਜਾਂ ਕਿਸੇ ਨੂੰ ਹੁੰਦਾ ਤਾਂ ਇਸ ਨੂੰ ਲੈ ਕੇ ਜਿਹੜਾ ਹੈਗਾ ਇੱਕ ਡਰ ਦਾ ਜਿਹੜਾ ਹੈਗਾ ਉਹ ਜ਼ਰੂਰ ਜ਼ਿਹਨ 'ਚ ਆ ਜਾਂਦਾ ਕਿ ਕਾਫੀ ਮਹਿੰਗਾ ਇਲਾਜ ਹੈ। ਪਰ ਕਿ ਰੂਸ ਨੇ ਕਹਿੰਦੇ ਕਿ ਇਹਦੀ ਵੈਕਸੀਨ ਜਿਹੜੀ ਹੈ ਉਹ ਤਿਆਰ ਕਰ ਲਈ ਹੈ ਤੇ ਆਪਣੇ ਜਿਹੜੇ ਹੈਗੇ ਆ ਲੋਕਾਂ ਨੂੰ ਉਹ ਵੈਕਸੀਨ लगाएगा। ये बात है, ये रिपोर्ट है इस तरह की कि समाचारों में मीडिया में बात चल रही कि रूस ने जो है एक वैक्सीन तैयार करी कैंसर के लिए, और वो किसी भी तरह का कैंसर हो उसका इलाज उससे होएगा। वो कैंसर लगा की जो वैक्सीन है अपने जो है उनके जो नागरिक हैं उन सारे को मेरे ख्याल में 2025 में जनवरी के बाद लगाना शुरू कर देंगे। और वहाँ कैंसर को है अब होने का नहीं। अब कैंसर जो है बहुत बड़ी बीमारी है। जिस घर में कैंसर आ जा वहाँ एक ये मान के चलो, पीछे जो कैंसर मैन थे जो आपको पता भी है, उसका इंटरव्यू हमने किया था, उन्होंने इस बात का कहा था कि जिस घर में कैंसर आ गई तो यूँ समझ लो कि 2 किले गए। बिल्कुल बहुत बड़ी बीमारी है। अब रूस ने जो है इसका श्रेय मिला है रूस को कि उन्होंने इसका इलाज ढूंढ लिया। जिस तरह भारत ने कोरोना में अपनी वैक्सीन बनाई थी तो रूस ने अब इसकी वैक्सीन बनाई। तो ये मानवता के लिए, संसार के लिए बड़ी खुशी की बात है अगर ये वैक्सीन कामयाब होती है तो। बिल्कुल बिल्कुल जनवरी महीने 'ਚ वैक्सीन लगाई जाएगी। रूस ने ਇੱਥੇ ਤਾਂ ਇਹ ਦਾਅਵਾ ਕੀਤਾ ਹੈ ਕਿ ਜਿਹੜੀ ਹੈਗੀ ਆ ਕੈਂਸਰ ਦੀ ਵੈਕਸੀਨ ਹੈ ਉਹ ਆਪਣੇ ਲੋਕਾਂ ਨੂੰ ਜਿਹੜਾ ਹੈ ਉਹ ਲਗਾਉਣ ਵੀ ਜਾ ਰਿਹਾ ਹੈ। ਇਹ ਕਿੰਨੀ ਕੁ ਕਾਰਗਰ ਹੈਗੀ ਹੈ, ਇਸ ਦਾ ਨਾਮ ਕੀ ਹੈ, ਉਹ ਹਾਲੇ ਤੱਕ ਸਾਹਮਣੇ ਨਹੀਂ ਆਇਆ। ਮਤਲਬ ਕਿ ਰਿਪੋਰਟਾਂ ਜਲਦ ਹੀ ਸਾਹਮਣੇ ਵੀ ਆ ਸਕਦੀਆਂ ਨੇ, ਪਰ ਜਿੱਥੋਂ ਤੱਕ ਗੱਲ ਹੈਗੀ ਕਿ ਕੈਂਸਰ ਨੂੰ ਜਿਹੜਾ ਵੱਡੀ ਲਾ ਇਲਾਜ ਬਿਮਾਰੀ ਦੇ ਤੌਰ ਤੇ ਦੇਖਿਆ ਜਾਂਦਾ ਸੀ, ਕਿਉਂਕਿ ਪਹਿਲੀ ਦੂਜੀ ਸਟੇਜ 'ਚ ਫੜ ਲਿਆ ਜਾਵੇ ਤਾਂ ਕਹਿੰਦੇ ਸੀ ਚੰਗਾ ਇਲਾਜ ਹੋ ਜਾਂਦਾ, ਪਰ 3rd ਸਟੇਜ ਤੇ ਜਾ ਕੇ ਇਲਾਜ ਜਿਹੜਾ ਆ ਉਹ ਬਹੁਤ ਔਖਾ ਹੁੰਦਾ ਹੈ ਤੇ ਇਨਸਾਨ ਮੌਤ ਦੇ ਮੂੰਹ 'ਚ ਚਲਾ ਜਾਂਦਾ ਹੈ। ਹਾਲਾਂਕਿ ਰਿਸਰਚ ਕੀ ਕਹਿੰਦੀ ਹੈ, ਪਹਿਲੀ ਦੂਜੀ ਤੀਜੀ ਦਾ ਸਟੇਜ ਤੇ ਜਾ ਕੇ ਕੈਂਸਰ ਨੂੰ ਰੋਕਣ ਲਈ ਹੈ ਜਾਂ ਉਸ ਤੋਂ ਪ੍ਰੀਵੈਂਸ਼ਨ ਦੇ ਲਈ ਜਿਵੇਂ ਪਹਿਲਾਂ ਹੀ ਵੈਕਸੀਨਾਂ ਕਈ ਤਰ੍ਹਾਂ ਦੀਆਂ ਲੋਕਾਂ ਨੂੰ ਲਗਾਈਆਂ ਜਾਂਦੀਆਂ ਕਿ ਤਾਂ ਕਿ ਭਵਿੱਖ ਵਿੱਚ ਇਹ ਬਿਮਾਰੀ ਨਾ ਹੋਵੇ। ਜਿਵੇਂ ਕਿ ਚਾਹੇ ਬੱਚਿਆਂ ਦੇ ਲਈ ਕਈ ਤਰ੍ਹਾਂ ਦੀਆਂ ਵੈਕਸੀਨਾਂ ਨੇ, ਹੈ ਨਾ। ਤਾਂ ਰੂਸ ਨੇ ਹੁਣ ਦਾਅਵਾ ਕੀਤਾ ਹੈ। ਤਾਂ ਫਿਲਹਾਲ ਰੂਸ ਦੀ ਗੱਲ ਤੋਂ ਬਾਅਦ ਹੁਣ ਆਪਾਂ ਆਪਣੇ ਦੇਸ਼ 'ਚ ਆ ਜਾਂਦੇ ਹਾਂ। ਕੱਲ੍ਹ ਲੋਕ ਸਭਾ ਦੇ ਵਿੱਚ ਜਿਹੜੀ ਹੈਗੀ ਹੈ ਨਾਲ ਦੀ ਨਾਲ ਸੰਵਿਧਾਨ ਦੇ ਉੱਤੇ ਤਾਂ ਚਰਚਾ ਹੋਈ ਹੈ। ਨਾਲ ਕੱਲ੍ਹ ਬਿੱਲ ਜਿਹੜਾ ਹੈਗਾ 1 ਨੇਸ਼ਨ 1 ਇਲੈਕਸ਼ਨ ਨੂੰ ਜਿਹੜਾ ਆ ਇੰਟਰੋਡਿਊਸ ਕੀਤਾ ਗਿਆ। ਹਾਲਾਂਕਿ ਲੋਕ ਸਭਾ ਦੇ ਵਿੱਚ ਕੱਲ ਜਿਹੜਾ ਹੈਗਾ ਪਾਸ ਤਾਂ ਨਹੀਂ ਹੋ ਸਕਿਆ। ਵੋਟਿੰਗ ਜ਼ਰੂਰ ਹੋਈ ਹੈ, ਪਰ ਹੁਣ ਗੱਲ ਹੋ ਰਹੀ ਹੈ ਕਿ ਇਸ ਨੂੰ ਜਿਹੜਾ ਹੈਗਾ ਉਹ JPC ਦੇ ਕੋਲ ਜੁਆਇੰਟ ਪਾਰਲੀਮੈਂਟਰੀ ਕਮੇਟੀ ਜਿਹੜੀ ਹੁੰਦੀ ਹੈ ਲੋਕ ਸਭਾ ਦੀ, ਉਹਦੇ ਵਿੱਚ ਭੇਜਿਆ ਜਾਵੇ। ਸਤੀਸ਼ ਜੀ ਕੀ ਮੰਨਦੇ ਹੋ 1 ਨੇਸ਼ਨ 1 ਇਲੈਕਸ਼ਨ ਨੂੰ ਲੈ ਕੇ? ਕਿਉਂਕਿ ਕੁਝ ਪਾਰਟੀਆਂ ਜਿਹੜੀਆਂ ਨੇ ਉਹ ਇਹਦੇ ਲਗਾਤਾਰ ਵਿਰੋਧ ਦੇ ਵਿੱਚ ਨੇ, ਚਾਹੇ ਵਿਰੋਧੀ ਧਿਰ ਦੇ ਵਿੱਚ ਹੋਵੇ ਕਾਂਗਰਸ ਹੈਗੀ ਹੈ ਜਾਂ ਉਹਨਾਂ ਦੇ ਸਹਿਯੋਗੀ ਦਲ ਨੇ, ਉਹ ਖੁੱਲ੍ਹ ਕੇ ਇਸ ਦਾ ਵਿਰੋਧ ਕਰ ਰਹੇ ਨੇ। BJP ਦੀਆਂ ਜਿਹੜੀਆਂ ਹੈਗੀਆਂ ਸਹਿਯੋਗੀ ਪਾਰਟੀਆਂ ਉਹ ਜ਼ਰੂਰ ਇਸ ਦਾ ਸਮਰਥਨ ਕਰ ਰਹੀਆਂ, ਕਿਉਂਕਿ BJP ਦਾ ਇਹ ਸ਼ੁਰੂਆਤੀ ਦੌਰ ਤੋਂ ਇੱਕ ਡ੍ਰੀਮ ਪ੍ਰੋਜੈਕਟ ਕਹਿ ਲਓ, ਮਤਲਬ ਇਹ ਏਜੰਡਾ ਰਿਹਾ ਹੈ ਕਿ ਪੂਰੇ ਦੇਸ਼ ਦੇ ਵਿੱਚ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਉਹ ਇੱਕ ਨਾਲ ਕਰਵਾਈਆਂ ਜਾਣ, ਤਾਂ ਕਿ ਜਿਹੜਾ ਵਾਧੂ ਬੋਝ ਪੈਂਦਾ ਆ, ਖਰਚਾ ਹੁੰਦਾ ਆ, ਉਸ ਨੂੰ ਵੀ ਘਟਾਇਆ ਜਾ ਸਕੇ ਤੇ ਇੱਕੋ ਵਾਰੀ ਸਾਰਾ ਕੁਝ ਜਿਹੜਾ ਹੈ ਉਹ ਨਿਬੇੜ ਲਿਆ ਜਾ ਸਕੇ। ਤੁਸੀਂ ਕੀ ਸਮਝਦੇ ਹੋ ਇਸ ਨੂੰ ਲੈ ਕੇ? नील कमल जी, इन्हों क्या करा भाई, भारत का मैं जो है जनता का राज्य है, जनता के लिए है, जनता के द्वारा है। और अब आप 1 नेशन 1 इलेक्शन की बात कर रहे, जो जनता ने अपने प्रतिनिधि वहाँ चुन कर भेज रखे लोकसभा में, राज्यसभा में, अब उन प्रतिनिधियों ने देखना कि ये चीज़ अच्छी है या बुरी है, क्योंकि जनता ने तो उनको अपना विवेक दे के भेज दिया। अब इसमें होया कि कल जो है कांग्रेस ने विरोध कराया तो ये पास नहीं हो पाया तो ज्वाइंट कमेटी को भेज दिया। लेकिन कई पार्टियां चाहे अभी होना चाहिए, कहीं चाहे नहीं होना चाहिए। आज हम अगर चंडीगढ़ की बात करें तो चंडीगढ़ में अभय चौटाला ने
ज्ञापन दिया। किसानों के मुद्दों को लेकर वो बात करने के लिए गए थे राज्यपाल हरियाणा को, लेकिन वहां किसी ने उनसे ये बात ही पूछ ली भी वन नेशन वन इलेक्शन को किस तरह से देखते हो। उन्होंने इस बात का समर्थन तो कराया कि हाँ वन नेशन वन इलेक्शन होना चाहिए, लेकिन इसमें गुंडी फंसा दी। होना चाहिए को बैल्ट पेपर थे, बैल्ट पेपर ते कड़ी ना कड़ी फिर ईवीएम पर भी सवाल खड़े कर दिए। बात बात में कह रहे ना, बात की बात और लात की लात, ईवीएम पर भी सवाल खड़े कर दिए। तो वन नेशन वन इलेक्शन न लोग पसंद भी कर रहे हैं और ना पसंद भी कर रहे हैं। अब तो ये नेताओं के हाथ में है बात, उनका 1/3 का जो कॉलम है अगर वो पूरा होता है तो पास कर लेंगे, नहीं पूरा होता तो ना पास ਹੋਏਗਾ। ਬਿਲਕੁਲ ਲੋਕ ਸਭਾ ਦੇ ਵਿੱਚ ਜਿਹੜਾ ਹੈਗਾ 1/3 ਬਹੁਮਤ ਚਾਹੀਦਾ ਸੀਗਾ ਇਸ ਨੂੰ ਪਾਸ ਕਰਵਾਉਣ ਦੇ ਲਈ। ਹਾਲਾਂਕਿ ਉਹ ਅੰਕੜਾ ਬੀਜੇਪੀ ਦੇ ਕੋਲ ਨਹੀਂ ਹੈ, ਸਰਕਾਰ ਬਣਾਉਣ ਦੇ ਲਈ ਤਾਂ ਅੰਕੜਾ ਜ਼ਰੂਰ ਹੈਗਾ ਸੀ, ਐਮਪੀ ਸੀਗੇ, ਪਰ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਜਿਹੜੇ ਜ਼ਰੂਰੀ ਵੋਟਿੰਗ ਜਿਹੜਾ ਅੰਕੜਾ ਚਾਹੀਦਾ ਸੀਗਾ ਉਹ ਨਹੀਂ ਹੈਗਾ। ਇਸ ਲਈ ਸਰਕਾਰ ਜਿਹੜੀ ਹੈਗੀ ਆ ਉਹ ਜੇਪੀਸੀ ਵੀ ਬਿੱਲ ਨੂੰ ਭੇਜਣ ਲਈ ਰਾਜ਼ੀ ਹੈਗੀ ਆ। ਬਰੋਡ ਉਹਦੇ ਉੱਤੇ ਚਰਚਾ ਕਰਨ ਲਈ ਵੀ ਤਿਆਰ ਹੈ ਕਿ ਆਖਰ ਇਹਦੇ ਵਿੱਚ ਕੀ ਕਮੀਆਂ ਨੇ, ਸਾਰੇ बैठ के ਇਹਦੇ ਉੱਤੇ चर्चा की जावे। नीलकमल जी, इसमें थोड़ी सी अगर हम बात करें, पिछला अपना इतिहास देखें तो पहले चुनाव आयोग जब चुनाव कराया करे ना तो वो कई चरणों में चुनाव करावा, तो कई चरणों के चुनाव में फिर वहाँ ये कहता हाँ भाई यहाँ जो है ना अब हमारे पास इतनी संख्या में पुलिस बल चाहिए, इतने अधिकारी चाहिए, इतने वो चाहिए। तो जब वन नेशन वन इलेक्शन होएगा तब स्थिति क्या होगी, तब वो अधिकारी कहाँ से आएंगे, वो पुलिस फोर्स कहाँ से आएगा। बातें बहुत सारी सोचने की है इसमें, बहुत सारिया गल्लां सोचण दी है। सिर्फ यही गल नहीं हैगी वीवीपैट मशीनां किन्नियां लगणगीਆਂ, ਇਹਦੇ ਲਈ ਜਿਹੜਾ ਹੈਗਾ अतिरिक्त खर्चे की भी आप गल की सीगी पिछली बारी भी आप अपने शो च दस्सिया कि जे वन नेशन वन इलेक्शन करवाना भी पैंदा है तो करोड़ों का खर्चा जिहड़ा हैगा उस होवेगा, क्योंकि बहुत सारियां जिहड़ियां हैगे इस वेले जिहड़े इलेक्शन के दौरान आप ईवीएम मशीनां नूं वरत लैंदे आ। तो वन नेशन वन इलेक्शन के लिए तुहानूं लोक सभा लई अलग चाहिदियां होणगीਆਂ, विधान सभा ਲਈ अलग चाहिदियां होणगीਆਂ। तो ਜਦੋਂ ਇੱਕੋ ਦੇ ਵਿੱਚ ਤੁਸੀਂ ਸਾਰੇ ਵਿਧਾਨ ਸਭਾ ਦੀਆਂ ਪੂਰੇ ਦੇਸ਼ ਦੀਆਂ ਤੇ ਲੋਕ ਸਭਾ ਦੀਆਂ ਸੀਟਾਂ ਲਈ ਕਰਵਾਓਗੇ ਤਾਂ ਫਿਰ ਜਿਹੜਾ ਹੈਗਾ ਉਹ ਖਰਚਾ ਵੀ ਹੋਵੇਗਾ ਈਵੀਐਮ ਮਸ਼ੀਨਾਂ ਦੇ ਲਈ, ਨਾਲ ਦੀ ਨਾਲ ਵੀਵੀਪੈਟ ਮਸ਼ੀਨਾਂ ਦੇ ਲਈ। ਤੇ ਇਸ ਤੋਂ ਇਲਾਵਾ ਕਈ ਬੂਥ ਜਿਹੜੇ ਨੇ ਸੈਂਸਿਟਿਵ ਹੁੰਦੇ ਨੇ, ਕਈ ਸੁਪਰ ਸੈਂਸਿਟਿਵ ਹੁੰਦੇ ਨੇ, ਉਹਨਾਂ ਵਿੱਚੋਂ ਕੁਝ ਸਾਮਾन्य ਸ਼੍ਰੇਣੀ 'ਚ ਹੁੰਦੇ ਨੇ। ਤੇ ਉਸ ਨੂੰ ਲੈ ਕੇ ਸੁਰੱਖਿਆ ਬਲਾਂ ਦੀ ਜਿਹੜੀ ਹੈਗੀ ਆ ਉਹ ਤੈਨਾਤੀ ਕਿ ਫ੍ਰੀ ਐਂਡ ਫੇਅਰ ਜਿਹੜੇ ਇਲੈਕਸ਼ਨ ਨੇ ਉਹ ਹੋਣ, ਉਸ ਨੂੰ ਲੈ ਕੇ ਵੀ ਜਿਹੜੀ ਆ ਰਣਨੀਤੀ ਦੀ ਜਿਹੜੀ ਗੱਲ ਹੈਗੀ ਆ ਸਭ ਕੁਝ ਮਤਲਬ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਵਿਚਾਰਨ ਵਾਲੀਆਂ ਨੇ। ਆਬੇ ਚੌਟਾਲਾ ਨੇ ਤਾਂ ਇਹ ਕਿਹਾ ਜ਼ਿਕਰ ਜਿਵੇਂ ਤੁਸੀਂ ਕਿਹਾ ਵੀ ਉਹ ਇਹਦਾ ਸਮਰਥਨ ਕਰਦੇ ਨੇ ਕਿ ਬਾਰ-ਬਾਰ ਜਿਹੜਾ ਆ ਖਰਚਾ ਹੁੰਦਾ ਆ, ਬਾਰ-ਬਾਰ ਇਲੈਕਸ਼ਨ 'ਚ ਜਾਣਾ ਪੈਂਦਾ, ਬਾਰ-ਬਾਰ ਪ੍ਰਚਾਰ ਕਰਨੇ ਪੈਂਦੇ ਨੇ, ਉਹਦੇ ਤੇ ਜਿਹੜੀ ਇੱਕ ਵਾਰੀ ਰੋਕ ਲੱਗ ਜੇ। ਤਾਂ ਸਵਾਲ ईवीएम ਦਾ ਉਹਨਾਂ ਨੇ ਕਰਤਾ ਕਿ ਬੈਲਟ ਪੇਪਰ ਨਾਲ ਇਲੈਕਸ਼ਨ ਹੋਣੇ ਚਾਹੀਦੇ ਨੇ ਜੇ ਸਾਰੇ ਦੇਸ਼ 'ਚ ਹੋਣੇ ਚਾਹੀਦੇ ਨੇ। ਇਸ ਤੋਂ ਇਲਾਵਾ ਦੂਸਰੀਆਂ ਪਾਰਟੀਆਂ ਦਾ ਵੈਸੇ ਵੀ ਵਿਰੋਧ ਕਰ ਰਹੀਆਂ। ਆਮ ਆਦਮੀ ਪਾਰਟੀ ਨੇ ਅੱਜ ਸਿੱਧੇ ਤੌਰ ਤੇ ਕਹਿਤਾ ਕਿ ਉਹ ਜਿਹੜੀ ਹੈਗੀ ਆ वन नेशन वन इलेक्शन ਦਾ ਜਿਹੜਾ ਹੈਗਾ ਉਹ ਸਿੱਧਾ एक सामाजिक बात मैं इसमें जोड़ूं, जिस घर में क्या करा 3-4 बालक हो और वो उनके न्यारे शादी करे ना तो खर्चे भी न्यारे हुआ। जो घर में दी दैन यारी उनको सूट लत्ते भी न्यारे देने, अच्छा भात दाल भी सारा अलग अलग करना, और जब जो मेहमान आएंगे उनकी रोटियां भी अलग अलग टाइम पर अलग अलग करनी, तो खर्चे तो बड़ा है। और जब वो 3-4 का इकट्ठा ब्याह करता है कि एक ही खर्चे में टल जा, खर्चे वाली बात तो यहाँ थोड़ी जायज लगा भी है जी। बिल्कुल एक खर्चे च ਜਿਹੜੀ ਹੈ ਗੱਲ ਜਾਇਜ਼ ਹੈਗੀ ਹੈ ਵੀ ਇੱਕ ਵਾਰੀ ਜਿਹੜਾ ਹੈਗਾ ਉਹ ਖਰਚਾ ਆਵੇਗਾ ਤਾਂ ਬਾਰ-ਬਾਰ ਉਹੀ ਗੱਲ ਕਹਿ ਰਹੀ ਹੈ ਜਿਹੜਾ ਵਿਵਧਾਨ ਮਤਲਬ ਕਿ ਰੁਕਾਵਟ ਆਂਦੀ ਆ ਵਿਕਾਸ ਕੰਮਾਂ ਦੇ ਵਿੱਚ ਉਹਨੂੰ ਲੈ ਕੇ ਵੀ ਜਿਹੜੀ ਹੈਗੀ ਇੱਕ ਰੋਕ ਹਟੇਗੀ। ਦੂਜੀ ਗੱਲ ਜਿਹੜਾ ਸੰਸ਼ਾ ਇਹ ਹੈ ਕਿ ਜੇਕਰ ਕਿਸੇ ਦੇ ਵਿਧਾਨ ਸਭਾ ਮੰਨ ਲਓ 2 ਸਾਲ ਪਹਿਲਾਂ ਭੰਗ ਹੋ ਜਾਂਦੀ ਹੈ ਕਿਸੇ ਕਾਰਨ ਤੇ ਉਹ ਜਿਹੜੇ ਇਲੈਕਸ਼ਨ ਨੇ ਉਹ ਸਿਰਫ 2 ਸਾਲ ਦੇ ਲਈ ਹੋਣਗੇ। ਰਾਜਨੀਤਿਕ ਪਾਰਟੀਆਂ ਨੂੰ ਇੱਥੇ ਵੀ ਇਤਰਾਜ਼ ਹੈਗਾ। ਹੁਣ ਦੇਖੋ ਜੇ ਜੇਪੀਸੀ ਕੋਲ ਬਿੱਲ ਜਾਂਦਾ ਤਾਂ ਉੱਥੇ ਕੀ ਚਰਚਾਵਾਂ ਹੁੰਦੀਆਂ ਨੇ। ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਤੇ ਕੱਲ ਬਿੱਲ ਇੰਟਰੋਡਿਊਸ ਕਰਵਾ ਦਿੱਤਾ ਗਿਆ, ਬਹੁਤ ਵੱਡੇ ਪੱਧਰ ਤੇ ਇਹਦੇ ਉੱਤੇ ਚਰਚਾ ਹੁੰਦੀ ਵੀ ਆ ਰਹੀ ਹੈ ਤੇ ਹੋ ਵੀ ਰਹੀ ਹੈ। ਪਰ ਸੰਵਿਧਾਨ ਦੇ ਉੱਤੇ ਜਿਹੜੀ ਚਰਚਾ ਹੋ ਰਹੀ ਹੈ, ਸੰਵਿਧਾਨ ਨੂੰ ਲੈ ਕੇ ਕੱਲ ਅਮਿਤ ਸ਼ਾਹ ਹੋਰਾਂ ਨੇ ਇੱਕ ਬਿਆਨ ਦਿੱਤਾ, ਅੰਬੇਡਕਰ ਸਾਹਿਬ ਦੇ ਉੱਤੇ ਸੰਵਿਧਾਨ ਨਿਰਮਾਤਾ ਦੇ ਉੱਤੇ ਬਿਆਨ ਦਿੱਤਾ, ਉਸ ਨੂੰ ਲੈ ਕੇ ਜਿਹੜੇ ਹੁਣ ਵਿਰੋਧ ਹੋਣਾ ਸ਼ੁਰੂ ਹੋ ਗਿਆ। ਅੱਜ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਇਸ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਬਕਾਇਦਾ। ਉਹਨਾਂ ਨੇ ਸਿੱਧੇ ਤੌਰ ਤੇ ਬੀਜੇਪੀ ਤੇ ਉਹੀ ਜਿਹੜਾ ਪਹਿਲਾਂ ਇਲਜ਼ਾਮ ਲਾਇਆ ਜਾਂਦਾ ਵਿਰੋਧੀ ਧਿਰ ਵੱਲੋਂ ਕਿ ਸੰਵਿਧਾਨ ਨੂੰ ਜਿਹੜਾ ਹੈਗਾ ਉਹ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੀ ਟਿੱਪਣੀ
ਅਮਿਤ ਸ਼ਾਹ ਹੋਣਾ ਵੱਲੋਂ ਸੰਸਦ ਦੇ ਵਿੱਚ ਕੀਤੀ ਗਈ ਸੀ, ਉਹ ਨੇ ਜਿਹੜੀ ਹੈਗੀ ਆ ਉਹ ਨਿਰਾਦਰ ਕੀਤਾ ਹੈ ਡਾਕਟਰ BR ਅੰਬੇਡਕਰ ਹੋਣਾ ਦਾ। ਤੁਸੀਂ ਕੀ ਮੰਨਦੇ ਹੋ ਕਿ ਕੁਝ ਜਿਹੜੀਆਂ ਚੀਜ਼ਾਂ ਹੈਗੀਆਂ ਜਿਸ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ है? नीलकमल जी देखो, उन्होंने आज PC करके वीडियो क्लिप दिखाई और वीडियो क्लिप में ये दिखाया कि जो अपने गृह मंत्री है उन्होंने ये बात कह दी कि आजकल एक ट्रेंड चल रहा अंबेडकर अंबेडकर अंबेडकर, इस तरह की बात कह दी भी। अगर इतने बार भगवान का नाम ले लेंदे तो 7 जन्मों के लिए स्वर्ग मिल जाता। तो उसी बात पर उन्होंने चर्चा करी कि जो है यहाँ जो है ना अंबेडकर साहब की जो है इंसल्ट करी गई, क्योंकि वो पहले से ही कहने लग रहे भी बीजेपी की मंशा है संविधान को बदलने की, और आज भी उन्होंने वही बात कही। वो सीधा सीधा ये करे पे मजाक उड़ाया गया। हाँ, मजाक उड़ाया गया। और उन्होंने अल्टीमेट दिया 15 दिन का भी। वैसे तो अभी माफी मांग लेनी चाहिए, अपना बयान वापस ले लेना चाहिए, और नहीं तो 15 दिन वो इंतजार करेंगे आम आदमी पार्टी वाले, और उसके बाद जो भी लीगल कार्रवाई होगी वो भी करेंगे, प्रोटेस्ट भी करेंगे, जो उनसे बनेगा आम आदमी पार्टी से। इस बात के विरोध में वो खुलकर जो है बीजेपी के विरोध में आवेंगे। आज उन्होंने इस बात की ये अपनी बात कह दी। ਬਿਲਕੁਲ ਬਿਲਕੁਲ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਆਪਾਂ ਖਾਸ ਕਰਕੇ ਚਰਚਾ ਇਹ ਕਰ ਰਹੇ ਹਾਂ ਕਿਉਂਕਿ ਪੰਜਾਬ ਤੇ ਹਰਿਆਣਾ ਗੈਲ ਨੇ ਤਾਂ ਕਰਕੇ ਪੰਜਾਬ ਦੇ ਨੇਤਾਵਾਂ ਨੇ ਜਿਹੜਾ ਹੈਗਾ ਇਸ ਦੇ ਉੱਤੇ ਸਵਾਲ ਖੜੇ ਕੀਤੇ ਨੇ। ਇਸ ਤੋਂ ਇਲਾਵਾ ਕਾਂਗਰਸ ਵੀ ਲਗਾਤਾਰ ਸਵਾਲ ਖੜੇ ਕਰ ਰਹੀ ਹੈ ਕਿ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਲੈ ਕੇ ਜਿਹੜੀ ਹੈਗੀ ਆ ਉਹ ਲਗਾਤਾਰ भारतीय जनता कांग्रेस वाले तो संविधान की एक किताब लेकर ही चले साथ में, लाल किताब साथ रखते हैं, वो जहाँ भी जाते हैं वो दिखाते भी हैं उसको भी, इसको खत्म करने की बातें हो रही। अब ये बात सही उन्होंने इस बात को जोड़ लिया, बिल्कुल जोड़ लिया। तो जदों विरोधी धिर हमलावर होया तो अज प्रधानमंत्री नरेंद्र मोदी ने भी इस उत्ते अपना जवाब ਦਿੱਤਾ ਆ। ਉਹਨਾਂ ਨੇ ਵੀ ਜਿਹੜੇ ਹੈਗੇ ਨੇ ਸਿੱਧੀ ਗੱਲ ਕਹੀ ਹੈ, ਜਿਹੜੀ ਕਾਂਗਰਸ ਅੱਜ ਤੱਕ ਰੌਲਾ ਪਾ ਰਹੀ ਹੈ, ਜਿਹੜੀ ਸਦਨ ਦੇ ਵਿੱਚ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ ਵੀ ਟਿੱਪਣੀ ਨੂੰ ਲੈ ਕੇ। ਫਿਰ ਅੱਜ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਘੇਰਿਆ ਤੇ ਉਹਨਾਂ ਨੇ ਸਿੱਧੇ ਤੌਰ ਤੇ ਜਿਹੜੀ ਹੈਗੀ ਹੈ ਗੱਲ ਕੀਤੀ ਹੈ ਕਿ ਜਿਹੜੇ ਨਹਿਰੂ ਦਾ ਜ਼ਿਕਰ ਕੀਤਾ ਉਹਨਾਂ ਨੇ, ਕਾਂਗਰਸ ਦੀਆਂ ਸਰਕਾਰਾਂ ਦਾ ਜ਼ਿਕਰ ਕੀਤਾ ਹੈ ਕਿ ਸਭ ਤੋਂ ਵੱਡਾ ਨਿਰਾਦਰਤਾ ਜਿਹੜਾ ਹੈਗਾ ਉਹ ਹੁਣ ਤੱਕ ਕਾਂਗਰਸ ਨੇ ਕੀਤਾ ਹੈ। ਉਹਨਾਂ ਨੇ ਕਾਂਗਰਸ ਨੂੰ ਲਪੇਟੇ 'ਚ ਲੈ ਲਿਆ ਬੀਜੇਪੀ ਨੇ ਵੀ ਨਾ ਤਾਂ ਉਹਨਾਂ ਦੇ ਨੂੰ ਹਾਲੇ ਤੱਕ ਭਾਰਤ ਰਤਨ ਦਾ ਦਿੱਤਾ ਗਿਆ, ਜਿਹੜਾ ਕਿ ਉਹਨਾਂ ਨੇ ਕਿਹਾ ਕਿ ਨਹਿਰੂ ਨੇ ਜਿਹੜਾ ਹੈਗਾ ਇਹਨਾਂ ਦਾ ਵਿਰੋਧ ਵੀ ਕੀਤਾ ਸੀਗਾ। ਤੇ ਇਸ ਨੂੰ ਲੈ ਕੇ ਜਿੱਥੇ ਕਾਂਗਰਸ ਹਮਲਾਵਰ ਹੈ ਉੱਥੇ ਬੀਜੇਪੀ ਵੀ ਆਪਣੇ ਸਟੈਂਡ ਤੇ ਕਾਇਮ ਹੈ ਤੇ ਉਹ ਹਮਲਾਵਰ ਹੈਗੀ ਹੈ। ਹੁਣ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਆ ਗਈਆਂ ਰਾਜਨੀਤੀ ਦੀਆਂ, ਰਾਜਨੀਤੀ ਕੀਤੀ ਜਾ ਰਹੀ ਹੈ, ਪਰ ਬੀਜੇਪੀ ਜਿਹੜੀ ਹੈਗੀ ਹੈ ਉਹ ਆਪਣੀ ਗੱਲ ਕਰ ਰਹੀ ਹੈ ਤੇ ਕਾਂਗਰਸ ਤੇ ਵਿਰੋਧੀ ਧਿਰਾਂ ਜਿਨ੍ਹਾਂ ਨੇ ਇਹ ਕਹਿਣਾ ਹੈ ਕਿ ਅੱਜ ਜਿਹੜੀ ਟਿੱਪਣੀ ਅਮਿਤ ਸ਼ਾਹ ਦੇ ਵੱਲੋਂ ਕੀਤੀ ਗਈ ਹੈ ਉਹ ਇੱਕ ਮਜ਼ਾਕ ਦੇ ਲਹਿਜੇ ਨਾਲ ਕੀਤੀ ਗਈ ਹੈ ਤੇ ਉਸ ਨੂੰ ਲੈ ਕੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੁੰਦਾ ਕੀ ਹੈ ਇਹ ਵੀ ਦੇਖਣਾ ਅਹਿਮ ਰਹੇਗਾ। ਤੇ ਸਤੀਸ਼ ਜੀ, ਗੱਲ ਅੱਜ ਪੰਜਾਬ ਦੀ ਆਪਾਂ ਕਰੀਏ ਤਾਂ ਪੰਜਾਬ 'ਚ ਕਿਸਾਨ ਲਗਾਤਾਰ ਜਿਹੜੇ ਨੇ 3 ਵਜੇ ਤੱਕ ਉਹਨਾਂ ਨੇ ਆਪਣੀ ਰੇਲ ਰੋਕੋ ਅੰਦੋਲਨ ਕੀਤਾ ਹੈ। ਤੇ ਇਸ ਤੋਂ ਇਲਾਵਾ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀਗੀ ਉਸ ਤੋਂ ਤਾਂ ਸਿੱਧੇ ਕਿਸਾਨਾਂ ਨੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਜਿਹੜੀ ਹੈਗੀ ਕਮੇਟੀ ਨੇ ਹੁਣ ਤੱਕ ਕੀਤਾ ਕੀ ਹੈ। ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਕਹਿਤਾ ਕਿ ਸ਼ਾਇਦ ਮੇਰੇ ਮਰਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਜਾਂ ਮੇਰੀ ਇਸ ਹਾਲਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਤੇ ਉਹਨਾਂ ਦਾ ਕਹਿਣਾ ਸੀ ਕਿ ਕੇਂਦਰ ਤੱਕ ਜਿਹੜੀ ਹੈਗੀ ਗੱਲ ਪਹੁੰਚਾਉਣੀ ਹੈ ਤਾਂ ਉਹ ਕੇਂਦਰ ਨਾਲ ਹੀ ਆਪਾਂ ਗੱਲ ਕਰਨੀ ਹੈ। ਹਰਿਆਣਾ ਦੇ ਵਿੱਚ ਜਿਹੜੇ ਨੇ ਅਭੈ ਚੌਟਾਲਾ ਉਹ ਅੱਜ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਮਾਨਯੋਗ ਹਰਿਆਣਾ ਦੇ ਰਾਜਪਾਲ ਨਾਲ ਮਿਲੇ ਨੇ, ਕਿਉਂਕਿ ਪੰਜਾਬ ਦੇ ਰਾਜਪਾਲ ਹੋਰਾਂ ਨੇ ਤਾਂ ਪਹਿਲਾਂ ਵੀ ਗੱਲਬਾਤ ਹੁੰਦੀ ਰਹੀ ਹੈ, ਪਰ ਜਿਹੜੇ ਨੇ ਅੱਜ ਖਾਸ ਕਰਕੇ ਹਰਿयाणा ਦੇ ਰਾਜਪਾਲ ਨਾਲ मुलाकात की है शंभू बॉर्डर पे किसानों के मुद्दे एक मेमोरेंडम उन्होंने आज दिया और उसमें सारा जिक्र कर दिया मेमोरेंडम में। जो किसान आंदोलन 1 था उसकी बात कही, जो किसान आंदोलन 2 चल रहा है उसकी बात कही। उसमें जिक्र यूँ कराया चौटाला साहब ने भी उस टाइम जब किसानों को ये वापस भेजा गया था और सरकार ने जो अपने बिल वापस ले लिए थे, किसान उठ के वहाँ से आ गए थे, तो उनको आश्वासन दिया गया था MSP की गारंटी का, और सरकारों ने, केंद्र सरकार ने वो गारंटी का जो अपनी पूरी नहीं करी। जो कमेटियाँ थी वो उनकी वो लागू नहीं हुई, सब चीज़ें। इन सब बातों को उन्होंने उसमें लिखा और राज्यपाल को बाप कहना राज्यपाल साहब को ये याद दिलाया कि ऐसे ऐसे करके ये सब चीज़ें हुई थी।
और ये आप जो है केंद्र सरकार को अपनी शक्तियों का प्रयोग करके जो भी आप कर सकते हो, सरकारों को ये चीज याद कराओ, अपनी शक्तियों का आप बीच में आओ और किसानों को उनका हक दिलवाओ। क्योंकि डल्लेवाल साहब की बात की 2 दिन पहले, वहाँ डल्लेवाल साहब थे, मिलकर भी आए थे, तो उन्होंने देखा होगा हालात जो है डल्लेवाल साहब के अभी ज्यादा खराब चल रहे। और जो है उधर ते कांग्रेस भी प्रदर्शन करने लग रही। कांग्रेस ने आज कई मुद्दों को लेकर प्रदर्शन कराया। और चंडीगढ़ में मणिपुर का मुद्दे की बात उन्होंने करी। ये एक रोष मार्च कर दिया, इसमें किसानों को लेकर भी है, बहुत सारे किसानों की मांग है जो हुड्डा साहब ने जायज बताई। उन्होंने भी यही बात कही कि जो किसानों की जो मांग है ये बिल्कुल जायज है, सरकार को ये मांगे मान लेनी चाहिए, ये किसानों का अधिकार है, अधिकार दिया नहीं जा रहा। तो बात कहने की यह है, जो दूसरे दल हैं बीजेपी को छोड़कर वहाँ किसानों के साथ जुड़ने लग गए। आपके याद होगा हमने एक बात कही थी कि ये जो किसान आंदोलन है धीरे धीरे अब जो है ये बढ़ना शुरू हो गया, क्योंकि इसमें जो एसकेएम है उन्होंने अभी इमरजेंसी मीटिंग बुला ली। आपके याद होगा, क्योंकि उन्होंने उस मीटिंग की तारीख तो रखी थी पीछे, अभी 24 तारीख में मीटिंग करेंगे, लेकिन अब वो अर्जेंट मीटिंग बुला ली। अर्जेंट मीटिंग का मतलब ये हो सका है कि हो सकता है वो सारे के सारे इकट्ठे होकर और इसको समर्थन दे दें। अभी तक तो न्यू कह रहे थे भैया तो थोड़े से किसान है मुट्ठी भर, 2 ही पार्टियां वाले इकट्ठे हैं, दो ही दल हैं, अब वो सारे के सारे दल इकट्ठे हो सके। पीछे ट्रैक्टर मार्च होया था, हरियाणा में भी होया था, पंजाब में होया नहीं, आज रेल रोको होया। तो उस ट्रैक्टर मार्च में जो हरियाणा के किसान थे उन्होंने भी भाग लिया। भाई वो थे तो हरियाणा के, जब हरियाणा में होया, अरे हरियाणा सरकार न्यू कहने लग रही भी हरियाणा के किसान खुश हैं, हमने 24 फसलों पर एमएसपी दे दी। तो जब खुश हैं तो फिर वो मार्च में क्यों आए? तो कड़ी ना कड़ी इस बात की भी सोचने का ये विषय है कि हरियाणा के किसान और पंजाब के किसान अब सारे के सारे इस मुद्दे पर इकट्ठे होने लग रहे। यूं कहो कि पूरे देश के किसानों को इकट्ठे होने का आह्वान किया, क्योंकि जब इसमें 100 मरजीवनियों का जत्था चला, 100 आदमियों का जत्था चला, मरजीवनी जत्था जिसने आप पंजाबी में कह करो, उसमें हरियाणा के किसान भी थे। और उसमें जो कहा था उन्हें हरियाणा किसानों को भेजा जाएगा, वहां देखा भी होगा आपने, धोती कुर्ता पहन के एक किसान खड़ा था, उसमें साउथ इंडिया के भी थे। तो वो सारे के सारे इकट्ठे हुए थे। बात कहने की ये है कि इस किसान आंदोलन ने अब जो है विपक्षी पार्टियों का, इन सब का समर्थन मिलना शुरू हो गया। बिल्कुल समर्थन मिलना शुरू हो रहा है। कुछ ਜਿਹੜੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਭੁੱਖ ਹੜਤਾਲ ਇੱਕ ਦਿਨ ਦੀ ਉਹ ਵੀ ਕੀਤੀ ਗਈ ਹੈ। ਪਿਛਲੇ ਦਿਨੀ ਹਰਿਆਣਾ ਦੇ ਵੀ ਕੁਝ ਇਲਾਕਿਆਂ 'ਚੋਂ ਇਹ ਤਸਵੀਰਾਂ ਸਾਹਮਣੇ ਆਈ ਸੀ। ਅੱਜ ਦਾ ਦਿਨ ਜੇ ਆਪਾਂ ਕਹੀਏ ਤਾਂ ਕਿਸਾਨਾਂ ਦਾ ਪ੍ਰਦਰਸ਼ਨ ਹੋਇਆ, ਫਿਰ ਕਾਂਗਰਸ ਨੇ ਪ੍ਰਦਰਸ਼ਨ ਕੀਤਾ, ਅਭੈ ਚੌਟਾਲਾ ਜਿਹੜੇ ਨੇ ਉਹ ਮਿਲੇ ਨੇ और ਰਾਜਪਾਲ ਨੂੰ ਉਹਨਾਂ ਨੇ ਆਪਣੀ ਗੱਲ ਰੱਖੀ ਹੈ। ਤਾਂ ਕੁੱਲ ਮਿਲਾ ਕੇ ਕਹੀਏ ਕਿ ਇੱਕ ਕਿਸਮ ਨਾਲ ਪ੍ਰਦਰਸ਼ਨਾਂ ਦੇ ਰਿਹਾ ਅੱਜ ਦਾ ਦਿਨ ਪੰਜਾਬ ਚੰਡੀਗੜ੍ਹ ਦੇ ਵਿੱਚ। ਤੇ ਕਾਂਗਰਸ ਨੇ ਜਿਹੜੇ ਹੈਗੇ ਆ ਉਹ ਦੇਸ਼ ਭਰ ਦੇ ਵਿੱਚ ਅੱਜ ਜਿਹੜੇ ਨੇ ਉਹ ਪ੍ਰਦਰਸ਼ਨ ਕੀਤੇ ਨੇ। ਇਸ ਤੋਂ ਇਲਾਵਾ ਆਪਾਂ ਇੱਕ ਹੋਰ ਜ਼ਿਕਰ ਕਰ ਲਈਏ, ਜਿਹੜਾ ਮੰਡੀਕਰਨ ਨੂੰ ਲੈ ਕੇ ਕੇਂਦਰ ਨੇ ਪ੍ਰਸਤਾਵ ਭੇਜਿਆ ਆ ਪੰਜਾਬ ਸਰਕਾਰ ਨੂੰ ਜਾਂ ਹੋਰ ਰਾਜਾਂ ਨੂੰ, ਉਹਨਾਂ ਨੂੰ ਲੈ ਕੇ ਜਿਹੜੀ ਗੱਲ ਹੈਗੀ ਆ ਪੰਜਾਬ, ਇਹ ਖਬਰ ਆ ਰਹੀ ਹੈ ਕਿ ਪੰਜਾਬ ਉਸ ਨੂੰ ਵਿਧਾਨ ਸਭਾ ਦੇ ਸ਼ੀਤਕਾਲੀਨ ਸਤਰ ਦੇ ਵਿੱਚ ਜਿਹੜੀ ਹੈਗੀ ਉਸ ਦੇ ਉੱਤੇ ਚਰਚਾ ਕਰ ਸਕਦਾ ਹੈ। ਚਰਚਾ ਇਸ ਕਰਕੇ ਕਰਨੀ ਜ਼ਰੂਰੀ ਹੈ ਕਿਉਂਕਿ ਕਿਸਾਨਾਂ ਦੀ ਨਾਰਾਜ਼ਗੀ ਜਿਹੜੀ ਹੈਗੀ ਹੈ ਉਹ ਪਹਿਲੇ ਮੁੱਲ ਲਈ ਜਾ ਰਹੀ ਹੈ। ਤੇ ਇਸ ਨੂੰ ਲੈ ਕੇ ਅੱਜ ਵੀ ਜਦੋਂ ਵਿੱਤ ਮੰਤਰੀ ਕੋ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਆਪਾਂ ਇਸ ਦੇ ਉੱਤੇ ਬਰੋਡ ਚਰਚਾ ਕਰ ਰਹੇ ਹਾਂ, ਮਤਲਬ ਵੱਡੇ ਪੱਧਰ ਦੇ ਉੱਤੇ ਇਸ ਦੇ ਉੱਤੇ ਚਰਚਾ ਕੀਤੀ ਜਾ ਰਹੀ ਹੈ ਤਾਂ ਕਿ ਜੇ ਇਹ ਜਿਹੜਾ ਪ੍ਰਸਤਾਵ ਹੈਗਾ ਜੇ ਤਾਂ ਕਿਸਾਨਾਂ ਦੇ ਪੱਖ 'ਚ ਹੋਇਆ ਤਾਂ ਠੀਕ, ਜੇ ਨਹੀਂ ਹੋਇਆ ਤਾਂ ਇਹਦਾ ਵਿਰੋਧ ਜਿਹੜਾ ਆ ਉਹ ਕੀਤਾ ਜਾਵੇਗਾ। ਕਹਿੰਦੇ ਕਿ ਪੁਲਿਸ ਜਿਹੜੀ ਹੈਗੀ ਆ ਉਹ ਡਕੈਤੀਆਂ ਨੂੰ ਰੋਕਦੇ, ਮਤਲਬ ਜੇ ਕਿਤੇ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਜੇ ਤਾਂ ਮੌਕੇ ਤੇ ਮੌਕੇ ਪਹੁੰਚਦੀ ਹੈ। ਤਾਂ ਇੱਕ ਸਤੀਸ਼ ਜੀ ਮੈਂ ਪੜ੍ਹ ਰਿਹਾ ਸੀਗਾ ਕਿ ਜਿਹੜਾ ਹੈਗਾ ਪੁਲਿਸ ਨੂੰ ਹੀ ਲੁੱਟ ਲੈਣਾ ਸੀਗਾ, ਤਾਂ ਕੀ ਸੀਗਾ ਸਾਰਾ ਹੈ ਕੁਝ ਜਾਣਕਾਰੀ ਇਹਦੇ ਬਾਰੇ? नीलकमल जी, ये तो एक वो कहानी बन गई भाई, पुलिस वाले पे फोन आया भी फलानी जगह डकैती हो लुटे हैं लोग, जिस तो कह ना रास्ते में चल दे न लोग लूट लें, वो गाड़ियां रखवा लें, मोटरसाइकिल वाले ने रखवा लें। इस बात की सूचना हरियाणा पुलिस ने मिली और पुलिस वाले सोचे भी चलो भाई आज उन्हें पकड़ेंगे, बिल्कुल, और पकड़ने वास्ते जी उसी रास्ते पे चले और उस रास्ते पे तो चोर तो खड़े थे। चोरों ने देखे ले भाई आ लिए अब तो इन्हें लुटेंगे, उन्हें क्या पता था पुलिस की गड्डी है यार, उन्होंने अपनी बैटरी मारी उसे करनी और पुलिस वाले रखवा लिए, रखवा कर उन्हें लूटने की कोशिश करी। फिर उन्होंने आभास हुआ देखा भाई ये तो पुलिस के जवान है,
थान तो पुलिस ही लूट ली होंगी। और पुलिस वाले ना फिर वो अपना छोड़ के भाग गए। फिर पुलिस वाले भी उनके पीछे भाग गए, पकड़न तो उन्हीं ना जावा थे और वो भागते वह खुद उन्हीं को वही लूट लिए होंगे। वो क्या करा ना भाई गए तो थे उन्हें भाई अपने सबूत इकट्ठे करेंगे, पर डायरेक्ट उन्हीं गला पाला पड़ गया। हाँ वही बन गए तो लूटने वाले भी और पकड़ने वाले वही, लूटने वाले भी वही। तो फिर वहां अपना भाज गए फिर पुलिस वाले जवान के पीछे भाग कर वहाँ 3 जने फिलहाल पुलिस ने पकड़ लिए। अरे उनसे पूछताछ होएगी भाई के उन्होंने लुट्या, कितने दिन तक काम करने लग रहे। तो इस तरह की घटनाएं भी हो जाए, वो ना क्या पता था भी थाना का पुलिस ही टक्कर जाएगी। बिल्कुल बड़ी दिलचस्प गल ये है कि गुरुग्राम की घटना है भी लुट ਨੂੰ रोकने ਲਈ गए, अगों लुटेरे टक्कर गए, फिर लुटेरिया पुलिस ने फड़िया, लूटने की कोशिश करी, लुटन की कोशिश की ते लुटेरिया फिर 3 बंदे ਨੂੰ फड़ लिया। कहते ना एक कहावत है ना कि गए सी नमाज पढ़न रोजे गल पै गए। नहीं चलो बात तो ये है वैसे दूसरे संदर्भ ना देखा सकता, पर आए सी लुटन पर पुलिस दे कोलों ही पकड़े गए। हाँ इस संदर्भ में बिल्कुल इस संदर्भ ਦੇ ਵਿੱਚ ਆਪਾਂ ਇਸ ਨੂੰ ਕਹਿ ਸਕਦੇ ਹਾਂ। ਪਰ ਜੇ ਆਪਾਂ ਅੱਜ ਸਤੀਸ਼ ਜੀ ਇੱਕ ਹੋਰ ਗੱਲ ਕਰੀਏ ਤਾਂ ਇੱਕ ਹਾਈ ਕੋਰਟ ਦਾ ਇਹ ਫੈਸਲਾ ਆਇਆ ਕਿ ਜੇਕਰ ਤਰਸ ਦੇ ਆਧਾਰ ਤੇ ਨੌਕਰੀ ਮਿਲਦੀ ਹੈ ਤਾਂ ਜਿਹੜੀ ਨੂੰਹ ਹੈਗੀ ਆ ਉਹਨੂੰ ਆਪਣੀ ਸੱਸ ਦਾ ਜਿਹੜਾ ਹੈਗਾ ਉਹ ਪਾਲਣ ਪੋਸ਼ਣ ਕਰਨਾ ਪਵੇਗਾ, ਉਸ ਦੀ ਜ਼ਿੰਮੇਵਾਰੀ ਨਿਭਾਣੀ ਪਵੇਗੀ। ਕਿਉਂਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਨੌਕਰੀ ਤਰਸ ਦੇ ਆਧਾਰ ਤੇ ਚਾਹੇ ਪਰਿਵਾਰ ਦੇ ਵਿੱਚੋਂ ਜੇ ਬੇਟਾ ਨੌਕਰੀ ਕਰਦਾ ਸਹੁਰਾ ਨਹੀਂ ਹੈਗਾ ਤਾਂ ਨੂੰਹ ਨੂੰ ਨੌਕਰੀ ਮਿਲ ਜਾਂਦੀ ਹੈ, ਉਹ ਕੀ ਕਰਦੀ ਹੈ ਨੌਕਰੀ ਤੋਂ ਬਾਅਦ ਆਪਣੇ ਚਲੀ ਜਾਂਦੀ ਹੈ ਤਾਂ ਜਿਹੜੀ ਮਾਂ ਹੈਗੀ ਹੈ ਚਾਹੇ ਸੱਸ ਕਹਿ ਲਓ ਜਾਂ ਉਹ ਜਿਹੜੀ ਹੈਗੀ ਹੈ ਉਹ ਦਰ ਭਟਕਦੀ ਰਹਿੰਦੀ ਹੈ, ਕਿਉਂਕਿ ਸਾਰੇ ਦਾ ਸਾਰਾ ਜਿਹੜਾ ਹੈਗਾ ਮੁਆਵਜ਼ਾ ਜਾਂ ਕੁਝ ਹੈਗਾ ਕਿਸੇ ਵੇਲੇ ਉਹ ਨੂੰਹ ਨੂੰ ਮਿਲ ਜਾਂਦੀ ਹੈ। ਤਾਂ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਹਾਈ ਕੋਰਟ ਦੇ ਇਸ ਫੈਸਲੇ ਨੂੰ? ये हाई कोर्ट जो है बहुत बढ़िया फैसले देगा और ये एक अच्छा फैसला है, सराहनीय फैसला है। ये मान ले के घर में कोई परिवार का मुखिया था वो चले गया, अब सरकार आदेश करता है सरकार भाई दया के तरीके से कह लो या प्रोटोकॉल कह लो, इस घर में तो हम किसी ने सरकारी नौकरी देंगे और उस घर में तो कोई ना कोई सरकारी नौकरी दे भी देवा। जिसने सरकारी नौकरी मिल गई वो तो बन गया नौकरी वाला, पीछे भी उस पावेंगे, उन्हें दूसरे का मारदा वाला लात मारदा, उनकी मतलब देखभाल नहीं करता। वो जिसके सारे पता ने नौकरी मिली तो उन्हीं ने छोड़ कर जान लग रहा। इस कोर्ट ने ये फैसला उसमें दिया भी ऐसे छोड़ के नहीं जा सकता, उसका पालन पोषण उन्हें जरूरी करना पड़ेगा। मान के चलो कि घर में एक जो पिता था और पिता के 2 बालक हैं, 2 में तो एक ने नौकरी मिलेगी। अब नौकरी वाला तो नौकरी लेने लग गया, माँ बेचारी किसके मुंह का नहीं देखेगी, तो उन्होंने कहा माँ का पालन पोषण करना उसके लिए यह बहुत जरूरी है। कोर्ट ऐसे बहुत फैसले देवा समाज हित में। एक फैसला और कोर्ट ने कराया था, मैं पढ़ रहा था, एक कारगिल युद्ध का फौजी था, उसकी उंगलियों में दिक्कत थी, चोट लग रही थी उंगलियों में, तो कोई क्लर्क का टेस्ट होना था, उसमें टाइपिंग के लिए उंगलियां जरूरी है, तो उसको सामान्य लोगों की कैटेगरी में देख लिया। हालांकि पंजाब सरकार की बात है ये, तो कोर्ट ने फटकार लगाई भाई ऐसा कैसे हो सका है, कारगिल युद्ध का ये सैनिक है और हम सामान्य आदमियों के तरीके उसका टेस्ट लेने लग रहे, ये तो अपंग है। इसको उस तरीके से देखा जाए, विकलांग के नजरिए से देखो और विकलांग के नजरिए से देखा जाए तो उसकी उंगलियां काम नहीं करती, तो इसको उस तरह की कंसेशन दी जाए। मतलब कहने का ये हुआ है कोर्ट जो है टाइम पे बहुत बढ़िया फैसले देवा, समाज हित के देवा, और कोर्ट तो कभी गलत करदी को नहीं, तो अच्छा फैसला ये समाज हित का फैसला है। तो समाज हित ਦਾ ਫੈਸਲਾ ਉਹ ਵੀ ਹੈਗਾ। ਇਹਦੇ ਵਿੱਚ ਵੀ ਸਿੱਧੇ ਤੌਰ ਤੇ ਜਿਹੜੀ ਤੁਸੀਂ ਜ਼ਿਕਰ ਕੀਤਾ ਹੈ ਕਰਗਿਲ ਦੇ, ਇਹਦੇ ਵਿੱਚ ਟਿੱਪਣੀ ਕੀਤੀ ਹੈ ਕਿ ਦੇਸ਼ ਸੇਵਾ ਕਰਦੇ ਹੋਏ ਜਿਸ ਜਵਾਨ ਨੇ ਆਪਣੇ ਉਂਗਲੀਆਂ ਗਵਾਈਆਂ ਹੋਣ ਜਾਂ ਜਿਹੜਾ ਜ਼ਖਮੀ ਹੋਇਆ ਦਿਵਿਆਂਗ ਹੋਇਆ ਹੋਵੇ ਉਸ ਨੂੰ ਛੂਟ ਨਾ ਦੇਣਾ, ये जड़ा हैगा ये भेदभावपूर्ण हैगा। वो तो बात इसमें थी बात ये भी थी भी सामान्य आदमी के साथ तुलना कैसे कर सकते हैं, उसकी कर ही नहीं सकते। जो उसकी कैटेगरी विकलांग वाली है वो तो रहेगी। बिल्कुल जी, कैटेगरी जड़ी हैगी विकलांग वाली रहेगी। ਤੇ ਅਸੀਂ ਕੱਲ ਚਰਚਾ ਕਰ ਰਹੇ ਸੀ ਕਿ ਹਾਈਡਲ ਪ੍ਰੋਜੈਕਟ ਜਿਹੜਾ ਹੈਗਾ ਸ਼ਾਸਨ ਦਾ, ਜਿੱਥੋਂ ਕਿ ਪੰਜਾਬ ਹਰਿਆਣਾ ਤੇ ਹਿਮਾਚਲ ਜਿਹੜੇ ਨੇ ਉਹ ਇਕੱਠੇ मतलब आमो सामने हो गए, तीन स्टेट आमने सामने हो गए पानी के मुद्दे को लेकर, पानी के मुद्दे ਨੂੰ ਲੈ ਕੇ ਤੇ ਪ੍ਰੋਜੈਕਟ ਨੂੰ ਲੈ ਕੇ ਜਿੱਥੋਂ ਬਿਜਲੀ ਮਿਲਣੀ ਹੈ। ਤਾਂ ਹੁਣ ਖਬਰ ਸਤੀਸ਼ ਜੀ ਇਹ ਆ ਰਹੀ ਹੈ ਕਿ ਆਪਣੇ ਹੱਕ ਦੇ ਲਈ ਜਿਹੜੀ ਹੈਗੀ ਆ ਹਰਿਆਣਾ ਸਰਕਾਰ ਉਹ ਜਿਹੜੀ ਹੈਗੀ ਹੈ ਹੁਣ ਸੁਪਰੀਮ ਕੋਰਟ ਦੇ ਰੁਖ ਕਰ ਲਿਆ ਹੈ ਕਿ ਜਿਹੜਾ ਹੈਗਾ ਵੀ ਆਪਣਾ ਜਿਹੜਾ ਹੱਕ ਆ ਉਸ ਨੂੰ ਉਹ ਮਿਲ ਸਕੇ। ਕਿ
ਕੀ ਸਮਝਦੇ ਹੋ ਕਿ ਬਹੁਤ ਵਾਰ ਜਦੋਂ ਫੈਸਲੇ ਹੁੰਦੇ ਨੇ, ਜਦੋਂ ਕੋਈ ਨਹੀਂ ਮੰਨਦਾ ਤਾਂ ਫਿਰ ਅਦਾਲਤ ਦੀ ਸ਼ਰਨ ਦੇ ਵਿੱਚ ਜਿੱਥੇ ਆਮ ਬੰਦਾ ਜਾਂਦਾ ਉੱਥੇ ਸਰਕਾਰ भी पहुंच जाती है। सरकार ने इस बात पर तो हमने कल चर्चा करी थी। सरकार ने ये कहा था, उन्होंने अपनी एप्लीकेशन इसमें लगाई कि हमारी भी सुनवाई करी जाए। भाई इस पर हमारा भी हिस्सा है, हमारा भी हिस्सा है इसमें। वह दो जो स्टेट थे हिमाचल और पंजाब, वह इस बात को लेकर आमने सामने हो रहे, दो जने लड़ने लग रहे। हिमाचल ये कह रहा था भी 99 साल का जो लीज थी, जो पट्टा था, वो खत्म हो गया। ये पंजाब का इस प्रोजेक्ट से हक खत्म हो गया। नूंगे थे हरियाणा इसमें कूद गया। हरियाणा ने कहा भी भाखड़ा की सहायक नदी है और हमारा भी अधिकार है भाखड़ा वाली इस पानी पे, तो इसमें हमारा भी हिस्सा दिया जाए। ता करके वह जो है कोर्ट में जाने की बात की। लेकिन इसे पंजाब हिमाचल ने यूं कहा भाई हम हरियाणा का विरोध करेंगे, हिमाचल वाले भी करेंगे, और गेल में उम्मीद जताई भाई पंजाब वाले भी इसका विरोध करेंगे। भाई हरियाणा का तो इसमें बनते ही कुछ नहीं, तो लड़ाई दोनों की है, तीसरा इसके बीच में कूद गया। बिल्कुल ਹੁਣ ਹਰਿਆਣਾ ਜਿਹੜਾ ਹੈ ਉਹ ਸੁਪਰੀਮ ਕੋਰਟ ਪਹੁੰਚ ਗਿਆ ਹੈ। ਗੱਲ ਆਪਾਂ ਜ਼ਿਕਰ ਕੀਤਾ ਸੀਗਾ ਸੁਪਰੀਮ ਕੋਰਟ ਦੇ ਫੈਸਲੇ ਦਾ ਕਿ ਬਹੂ ਨੂੰ ਜਿਹੜਾ ਹੈਗਾ ਮਤਲਬ ਕਿ ਨੂੰਹ ਨੂੰ ਜਿਹੜਾ ਆਪਣੀ ਸੱਸ ਦੇ ਭਰਨ ਪੋਸ਼ਣ ਦਾ ਜਿਹੜਾ ਹੈਗਾ ਉਹ ਕਰਨਾ ਪਵੇਗਾ ਆਦੇਸ਼ ਦੇ ਤੇ। ਪਰ ਇੱਕ ਗੱਲ ਆਪਾਂ ਗੁਜਰਾਤ ਦੀ ਲੈ ਲਈਏ ਜੇ ਖਬਰ, ਤਾਂ ਉੱਥੇ 10 ਸਾਲ ਤੋਂ ਆਪਣੇ ਸਹੁਰਾ ਤੇ ਸੱਸ ਦੇ ਨਾਲ ਰਹਿ ਰਹੀਆਂ ਜਿਹੜੀਆਂ ਨੂੰਹਾਂ ਨੇ, ਜਿਹੜੀਆਂ ਬਹੂਆਂ ਨੇ, ਉਹਨਾਂ ਨੂੰ ਜਿਹੜਾ ਹੈਗਾ 50 ਬਹੂਆਂ ਨੂੰ ਸਪੈਸ਼ਲ ਜਿਹੜਾ ਹੈ ਉਹ ਸਨਮਾਨਿਤ ਕੀਤਾ ਗਿਆ। 400 ਫਾਰਮ ਭਰੇ ਗਏ ਸੀ ਜਿਨ੍ਹਾਂ ਦਾ ਸਤਿਆਪਨ ਕੀਤਾ ਗਿਆ, ਮਤਲਬ ਕਿ ਇੱਕ ਤਰੀਕੇ ਨਾਲ ਉਹਨਾਂ ਦੀ ਜਾਂਚ ਪੜਤਾਲ ਕੀਤੀ ਗਈ ਤੇ ਉਹਦੇ ਵਿੱਚੋਂ ਜਿਹੜੀਆਂ 5 ਪਰਿਵਾਰ ਨਿਕਲੇ ਜਿਨ੍ਹਾਂ ਦੀਆਂ ਨੂੰਹਾਂ ਨੂੰ ਜਿਹੜਾ ਸਨਮਾਨਿਤ ਕੀਤਾ ਗਿਆ। ਅੱਜ ਦੇ ਦੌਰ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ये जो खबर है नीलकमल जी, ये बहुत बढ़िया खबर है। ਅੱਜ ਦੇ ਦੌਰ ਦੇ ਹਿਸਾਬ ਨਾਲ ਮੈਂ ਗੱਲ मैं आज के दौर में बता रहा, ये इतनी बढ़िया खबर है भाई। अपने माँ बापों की सेवा करने वास्ते एक तो परिवार है, सिंगल परिवार, सिंगल रह कर सेवा करे, एक संयुक्त परिवार, उसमें भाई दादा आ गया, परदादा आ गया, आगा हमारे देवर जेठ आ गए, बस सारे के सारे एक ही परिवार में रहे। ये उस तरह की बात है। राजस्थान में, गुजरात में कई बार हम इस तरह देखा है, ये वीडियो हमारे सामने आए हैं कि एक घर में इतना किलो आटा हर रोज लगा है, इतनी वहाँ सब्जी बना है, इतने लोग खावे। तो वो क्यों, वो किस तरह होता है? वो परिवार जो है संयुक्त परिवार है, रल मिलकर इकट्ठे रहने लग रहे, उनका एका है। और इस एके को बढ़ावा देने के लिए अगर सरकार ने उनको इनाम दिया, प्रोत्साहन दिया, तो बहुत बढ़िया बात है। इसना देखकर दूसरे भी एके में लगेंगे भाई देखो आज हमारा पूरे देश में नाम होया भी फलाने कुनबे का कितना बढ़िया एका है, सारे इतने सालों से इकट्ठे रहने लग रहे। और भाई जब कुनबे का नाम हुआ ना तो बड़ी खुशी की बात हुआ, और इस खुशी में दूसरे ने भी शिक्षा मिलेगी, वहाँ भी जुड़कर रहेंगे, वहाँ भी संयुक्त परिवार की ओर जाएंगे। जी हाँ, कुछ कहने लगे था बीच में, वहाँ भी संयुक्त परिवार की ओर जाएंगे। तो ये बड़ी अच्छी पहल है सरकार की। इस तरह के काम जो है सरकार ने करते रहना चाहिए। जी बिल्कुल, सरकार ने सरकार ਨਾਲ ਮਿਲ ਕੇ ਜਿਹੜਾ ਹੈਗਾ ਪਾਟੀਦਾਰ ਸਮਾਜ ਹੈਗਾ ਗੁਜਰਾਤ ਦਾ, ਉਹਦੇ ਵੱਲੋਂ ਇਹ ਜਿਹੜੀ ਚੀਜ਼ ਕੀਤੀ ਗਈ ਹੈ। ਤੇ ਉਹਨਾਂ ਸਮਾਜ ਦੇ ਵਿੱਚੋਂ ਜਿਹੜੇ ਹੈਗਾ ਇੱਕ ਗੱਲ ਜਿਹੜੀ ਹੁੰਦੀ ਹੈ ਕਿ ਕਈ ਵਾਰ ਨੂੰਹਾਂ ਆਉਂਦੀਆਂ ਨੇ ਘਰ ਦੇ ਵਿੱਚ ਤੇ ਘਰ ਉਸੇ ਵੇਲੇ ਜਿਹੜਾ ਹੈਗਾ ਕੁਝ ਗੱਲਬਾਤ ਹੋ ਜਾਏ ਤਾਂ ਵੀ ਮੈਂ ਅਲੱਗ ਰਹਿਣਾ ਆ ਜਾਂ ਆਪਾਂ ਸੱਸ ਸਹੁਰੇ ਨਾਲ ਨਹੀਂ ਰਹਿਣਾ, ਮਤਲਬ ਕਈ ਵਾਰ ਲੜਾਈ ਪੈ ਜਾਂਦੀ ਆ। ਪਰ ਇਸ ਤਰ੍ਹਾਂ ਦੇ ਜੇ ਉਦੋਂ ਸਨਮਾਨ ਮਿਲਦਾ ਆ ਜਾਂ ਇਸ ਤਰ੍ਹਾਂ ਦੇ ਹੁੰਦੇ ਤੇ ਆਪਸੀ ਰਿਸ਼ਤੇ ਵੀ ਜਿਹੜੇ ਨਾ ਉਹ ਵੀ ਗੂੜੇ ਹੁੰਦੇ ਨੇ ਕਿ ਸਮਾਜ 'ਚ ਜਿਹੜਾ ਹੈਗਾ ਉਹ ਪਰਿਵਾਰ ਦਾ ਸਿਰ ਜਿਹੜਾ ਆ वो ऊंचा हुए। सरकारों ने वैसे इस पर अपनी पॉलिसी के बारे में इस तरीके से सोचना चाहिए, क्योंकि सरकारों की पॉलिसी में अक्सर हुआ क्या है कि मान के चलो एक आदमी नौकरी लग रहा है, उसको सुविधा देनी उसके परिवार को, वो किस किस को मिलेंगी? उसकी घरवाली को मिलेंगी, उसके 2 बच्चों को मिल जाएंगी, 2 में 4 भी माता पिता दादा दादी वहाँ साथ रह रहे हैं, उन्हें तो इस तरह की सुविधा मिलती नहीं। तो सरकारों को भी प्रोत्साहन देने के लिए अपनी पॉलिसियों में बदलाव करने की जरूरत है, और वो समय के हिसाब से कर देना चाहिए। क्योंकि जब उन्हें न्यू लगा ना भी हमारे परिवार इकट्ठे होना चाहिए तो सरकार की पॉलिसियां भी बदली जानी चाहिए। बिल्कुल, संयुक्त परिवार ਜਿਹੜਾ ਹੋਣਾ ਚਾਹੀਦਾ, ਉਹਦੇ ਵਿੱਚ ਇੱਕ ਤਾਂ ਪਿਆਰ ਭਾਵਨਾਤਮਕ ਸਥਿਤੀਆਂ ਜਿਹੜੀਆਂ ਨੇ ਹੁੰਦੀਆਂ ਨੇ, ਪਰ ਖਾਸ ਕਰਕੇ ਜਿਹੜਾ ਹੈਗਾ ਉਹ ਨੂੰਹਾਂ ਦੇ ਲਈ ਵੱਡਾ ਸੰਦੇਸ਼ ਹੈਗਾ ਕਿ ਪਰਿਵਾਰ ਨੂੰ ਜਿਹੜਾ ਆ ਜੋੜ ਕੇ ਰੱਖਣਾ, ਉੱਥੋਂ ਦੀ ਸਥਿਤੀ ਨੂੰ ਸਮਝਣਾ, ਆਪਣੇ ਸੱਸ ਸਹੁਰੇ ਦੇ ਨਾਲ ਰਹਿਣਾ, ਉਹਨਾਂ ਦੀ ਸੇਵਾ ਕਰਨੀ ਜਿਹੜੀ ਹੈ ਉਹ ਉਹਨਾਂ ਦਾ ਇੱਕ ਧਰਮ ਵੀ ਹੈ ਤੇ ਉਹ ਉਸ ਨੂੰ ਕਿਵੇਂ बन के रख सकते हैं। फिलहाल नीलकमल जी जानते जानते मैं एक जिक्र और कर दूं, अभी मैं खबर आई कि हरियाणा के आंसी में बड़ी दुख भरी खबर है, एक बस पलट की, और थोड़ी देर पहले की बात है, बस पलटने थे 24 लोग घायल हो गए और 3 लोग गंभीर रूप से घायल हो गए। इसमें जो है बस का टायर फटा लगा, वह फट गया, अनियंत्रित होगी। तो बात करने की इसमें यह है कि जो कुछ हुआ बहुत बुरा हुआ,
लेकिन जब बस रोडवेज डिपो से बाहर जाती है उसको फिटनेस सर्टिफिकेट दिया जावा, क्या वो टायर इसमें चलने योग्य था, अर्थात वो फटा कैसे, क्या उसमें कोई चीज़ टकराई, बहुत सारी बातें होती हैं। क्योंकि इस बार तो जो है ना हमारे रोडवेज मंत्री हैं जो वो अनिल विज हैं, तो ये भी जांच का विषय है। फिलहाल जो है ये एक बात इसलिए करी कि जब गाड़ी बाहर आती है तो वो मेंटेनेंस सर्टिफिकेट हुआ है, जब मेंटेनेंस सर्टिफिकेट है तो टायर फटा है कैसे, कई बार हुआ है कि कभी गियर हट गया, कभी ब्रेक फेल हो गया। तो ये चीज़ें भी थोड़ा सोचने की बात है, क्योंकि पब्लिक का तो नुकसान हो गया इसमें। अब 24 लोग घायल हो गए, 3 गंभीर रूप से घायल हो गए, तो इन चीज़ों पर भी सरकार ने ध्यान देने की ज़रूरत है। और जी बिल्कुल बिल्कुल हादसा होया, बुरी खबर है, पर ਜਦੋਂ ਨਿਕਲਦੇ ਨੇ ਫਿਟਨੈਸ ਮਿਲਦਾ ਹੈ, ਪਰ ਕਹਿੰਦੇ ਨਹੀਂ ਕਿ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ, ਸਮਾਂ ਕਿੱਥੇ ਕਿਸ ਤਰ੍ਹਾਂ ਦਾ ਆ ਜਾਏ, ਮਸ਼ੀਨਰੀ ਹੈ, ਕਿਸੇ ਵੇਲੇ ਕੋਈ ਖਰਾਬੀ ਆ ਵੀ ਸਕਦੀ ਹੈ। ਫਿਲਹਾਲ ਫਿਟਨੈਸ ਸਰਟੀਫਿਕੇਟ ਵੱਲ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵੀ ਕਿਵੇਂ ਜਿਹੜੀਆਂ ਹੈਗੀਆਂ ਚੀਜ਼ਾਂ ਜਦੋਂ ਗੈਰੇਜ ਤੋਂ ਬਾਹਰ ਨਿਕਲਦੀ ਹੈ ਜਾਂ ਜਦੋਂ ਡਿਪੂ ਤੋਂ ਬਾਹਰ ਨਿਕਲਦੀ ਹੈ ਬੱਸ, ਤਾਂ ਉਸ ਦੀਆਂ ਸਾਰੀਆਂ ਚੀਜ਼ਾਂ ਦਰੁਸਤ ਹੋਣ, ਤਾਂ ਕਿ ਨਾ ਤਾਂ ਲੋਕਾਂ ਨੂੰ ਪਰੇਸ਼ਾਨੀ ਹੋਵੇ ਤੇ ਨਾ ਕਿਸੇ ਹੋਰ ਨੂੰ, ਕਿਉਂਕਿ ਜਿਹੜੀ ਚੀਜ਼ ਹੈਗੀ ਹੈ ਉਹ ਵੀ ਦੇਖਣ ਵਾਲੀ ਹੈਗੀ ਹੈ ਕਿ ਆਖਰ ਸਥਿਤੀਆਂ ਕੀ ਰਹੀਆਂ, परिस्थितियां की रही, क्योंकि गल जड़ी है और टायर फटन की जड़ी है। पुलिस मौके पर पहुंच गई, सब कुछ जांच होएगी, सब सामने आ जाएगा वो बातें। तो बिल्कुल पुलिस का टाइम नहीं लगाया, जांच तो 5 मिनट में वहां पुलिस पहुंच गई, टाइम नहीं लगाया पहुंचने में, सब कुछ जांच हो जाएगी उस वक्त। बिल्कुल जांच ਤਾਂ ਅਕਸਰ ਜਦੋਂ ਹਾਦਸੇ ਹੁੰਦੇ ਉਸ ਤੋਂ ਬਾਅਦ ਜਾਂਚ ਤੋਂ ਬਾਅਦ ਹੀ ਜਿਹੜੀਆਂ ਚੀਜ਼ਾਂ ਨੇ ਉਹ ਸਾਫ਼ ਤੌਰ ਤੇ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਫਿਲਹਾਲ ਦਰਸ਼ਕੋ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਫਿਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ, ਗੱਲਾਂ ਕਰਾਂਗੇ ਤੁਹਾਡੇ ਨਾਲ ਜੁੜੇ ਸਰੋਕਾਰ ਦੀਆਂ, ਰਾਜਨੀਤੀ ਦੀਆਂ ਅਤੇ ਸਮਾਜਿਕ ਮੁੱਦਿਆਂ ਦੀਆਂ। ਤਦ ਤੱਕ ਲਈ ਮੈਨੂੰ ਅਤੇ ਸਤੀਸ਼ ਕੁਮਾਰ ਸੀਕਰੀ ਹੁੰਦੇ ਇਜਾਜ਼ਤ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ। राम राम।